Corona confused Canada students. Yes, my dear friends. ਇਹ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੀ ਕਰੋਨਾ ਦੀ ਮਹਾਮਾਰੀ ਚੱਲੀ ਹੈ ਉਹਦੇ ਚਲਦੇ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬਦਲਾਅ ਆਏ ਹੈ ਸਪੈਸ਼ਲੀ ਇਮੀਗ੍ਰੇਸ਼ਨ ਐਕਟੀਵਿਟੀ ਸਟੈਂਡ ਸਟਿਲ ਹੋ ਗਈਆਂ ਤੇ ਇਹ ਇਮੀਗ੍ਰੇਸ਼ਨ ਐਕਟੀਵਿਟੀ ਸਟੈਂਡ ਸਟਿਲ ਹੋਣ ਦਾ ਕਾਰਨ ਇਹੀ ਹੈ ਕਿ ਮੋਬਿਲਿਟੀ ਰਿਸਟ੍ਰਿਕਸ਼ਨਸ ਡਿਲੇਡ ਐਂਡ ਸਸਪੈਂਡਡ ਵੀਜ਼ਾ ਪ੍ਰੋਸੈਸਿੰਗ change in the visa system. Immigration department has also given certain response. Airports are closed, flights are grounded, IELTS centers are shuttered, and this has affected all of us, and especially the students. ਤੇ ਦੋਸਤੋ ਮੈਂ ਅਨੁਜ ਕਾਲਰਾ ਅੱਜ ਤੁਹਾਡੇ ਸਾਹਮਣੇ ਇੱਕ ਪ੍ਰੈਜੈਂਟੇਸ਼ਨ ਲੈ ਕੇ ਆਇਆ ਕਿ during this environment of confusion, what are the answers? What are the pathways available for the students, those who want to study Canada and those who have visas? मैं बहुत सारी ट्राई की थी बट किते भी प्रॉपर इन्फॉर्मेशन अवेलेबल नहीं सी ਤੇ ਮੈਂ ਟਰਾਈ ਕਰ ਰਿਹਾ ਇਸ ਪ੍ਰੈਜੈਂਟੇਸ਼ਨ ਦੇ ਥਰੂ ਕਿ ਜੋ ਵੀ ਤੁਹਾਡੇ ਮਨ ਦੇ ਵਿੱਚ ਕਨਫਿਊਜ਼ਨ ਹੈ ਅਸੀਂ ਕੀ ਕਰੀਏ ਤੇ ਕੀ ਕਰੀਏ ਨਾ ਹਮ ਕਿਆ ਕरें और क्या करो ना ਕਰੋਨਾ ਨੇ ਸਾਨੂੰ ਇਸ ਸਿਚੁਏਸ਼ਨ 'ਚ ਲਿਆ ਕੇ ਖੜਾ ਕਰ ਦਿੱਤਾ ਅੱਜ ਮੈਂ ਤੁਹਾਡੇ ਨਾਲ ਕੁਝ ਇਹੋ ਜਿਹੀ ਚੀਜ਼ਾਂ ਸਾਂਝੀਆਂ ਕਰੂੰਗਾ ਜਿਹਦੇ ਨਾਲ ਤੁਹਾਡੇ ਮਨ ਦੀ ਜਿਹੜੀ ਕਨਫਿਊਜ਼ਨ ਹੈ ਉਹ ਕਲੀਅਰ ਹੋਏਗੀ ਤੁਹਾਡੇ ਮਨ ਦੇ ਵਿੱਚ ਜਿਹੜੇ ਸਵਾਲ ਹੈ ਉਹਨਾਂ ਦਾ ਜਵਾਬ ਮਿਲੇਗਾ ਜੇ ਅਸੀਂ ਸਟੂਡੈਂਟ ਵੀਜ਼ਾ ਦੀ ਗੱਲ ਕਰਦੇ ਹਾਂ ਸਟੂਡੈਂਟ ਵੀਜ਼ਾ ਇੱਕ ਬਹੁਤ ਵੱਡੀ ਗੇਮ ਹੈ ਬਹੁਤ ਸਾਰੇ ਕੰਟਰੀਜ਼ ਇਹਦੇ 'ਚ ਇਨਵੋਲਵਡ ਹੈ ਤੇ ਸਪੈਸ਼ਲੀ ਜੇ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਕੈਨੇਡਾ ਦੇ ਵਿੱਚ ਅੱਜ 6 ਲੱਖ ਪੌਣੇ 6 ਲੱਖ ਸਟੂਡੈਂਟ 5,75,000 ਇੰਟਰਨੈਸ਼ਨਲ ਸਟੂਡੈਂਟਸ ਪੜ੍ਹ ਰਹੇ ਤੇ ਜਿਹਦੇ ਵਿੱਚ 30% ਸਟੂਡੈਂਟਸ ਜਿਹੜੇ ਆ ਉਹ ਇੰਡੀਅਨ ਹੈ which means every third student in Canada is an Indian student and the Punjabi students have dominated this group of Indian students ਤੇ ਸਾਰਿਆਂ ਤੋਂ ਜ਼ਿਆਦਾ ਇਫੈਕਟ ਜਿਹੜਾ ਇਮੀਗ੍ਰੇਸ਼ਨ ਪਾਲਿਸੀਜ਼ ਦੀ ਚੇਂਜਸ ਤੇ ਪ੍ਰੋਸੈਸਿਸ ਵਿੱਚ ਜਿਹੜੀ ਪ੍ਰੋਬਲਮਸ ਆਈਆਂ ਉਹਦੇ ਕਰਕੇ ਪੰਜਾਬੀ ਸਟੂਡੈਂਟਸ ਤੇ ਪਿਆ ਤੇ ਸਾਰਾ ਪਹਿਲਾਂ ਸਾਨੂੰ ਇਹ ਸਮਝਣਾ ਪਏਗਾ ਕਿ what is student visa, what is this game? Every country is interested to invite and attract international students just because for their brain power, their youthfulness, their participation in the economy and more of overall their tuition fees. Every student who studies abroad, he pays almost 3 to 4 times of the tuition fees which is paid by the domestic student there. ਇਹਦਾ ਮਤਲਬ ਇਹ ਹੈ ਕਿ ਉੱਥੇ ਇੱਕ ਬੱਚਾ $5,000 ਫੀਸ ਭਰ ਰਿਹਾ ਤੇ ਮੈਨੂੰ ਉੱਥੇ ਜਾ ਕੇ ਪੜ੍ਹਨ ਵਾਸਤੇ ਕੈਨੇਡਾ 'ਚ ਮੈਨੂੰ $20,000 ਫੀਸ ਭਰਨੀ ਪੈਂਦੀ ਹੈ and we are contributing a lot. International students तकरीबन $22 billion Canadian economy च contribute करते हैं apart from this बहुत सारी jobs generate करते हैं ਤੁਸੀਂ ਟਰਾਂਸਪੋਰਟੇਸ਼ਨ ਵੀ ਯੂਜ਼ ਕਰਦੇ ਹੋ ਤੁਸੀਂ ਐਂਟਰਟੇਨਮੈਂਟ ਵੀ ਯੂਜ਼ ਕਰਦੇ ਹੋ ਗਰੋਸਰੀ ਵੀ ਕਰਦੇ ਹੋ ਰੈਂਟ ਤੇ ਵੀ ਲੈਂਦੇ ਹੋ ਉੱਥੇ ਅਕੋਮੋਡੇਸ਼ਨ ਅਪਾਰਟਮੈਂਟਸ then everything is affected. ਰਿਸਟ੍ਰਿਕਸ਼ਨਸ ਹੈ ਸਾਡੀ ਗਵਰਨਮੈਂਟ ਨੇ ਰਿਸਟ੍ਰਿਕਸ਼ਨਸ ਲਗਾਈਆਂ ਕੈਨੇਡੀਅਨ ਗਵਰਨਮੈਂਟ ਦੀ ਰਿਸਟ੍ਰਿਕਸ਼ਨ ਹੈ ਕੈਨੇਡਾ ਦੇ ਵਿੱਚ ਪ੍ਰੋਵਿੰਸ਼ੀਅਲ ਰਿਸਟ੍ਰਿਕਸ਼ਨਸ ਹੈ ਇਹ ਸਾਰੀਆਂ ਪਾਬੰਦੀਆਂ ਦੇ ਵਿੱਚ ਅਸੀਂ ਕੀ ਆਪਦਾ ਪਾਥਵੇ ਡਿਸਾਈਡ ਕਰੀਏ ਅਸੀਂ ਕਿਸ ਡਾਇਰੈਕਸ਼ਨ ਜਾਈਏ ਕੀ ਅਸੀਂ ਐਕਸ਼ਨ ਲਈਏ ਐਵਰੀਬਾਡੀ ਇਜ਼ ਕਨਫਿਊਜ਼ਡ ਵੈਦਰ ਦੇ ਆਰ ਕੰਸਲਟੈਂਟਸ ਵੈਦਰ ਦੇ ਆਰ ਸਟੂਡੈਂਟਸ ਤੇ ਮੈਂ ਇਸ ਪ੍ਰੈਜੈਂਟੇਸ਼ਨ 'ਚ ਇਹ ਦੱਸਣਾ ਚਾਹ ਰਿਹਾ ਜੇ ਤੁਸੀਂ ਇਹਨੂੰ ਲਾਸਟ ਤੱਕ ਦੇਖੋਗੇ ਤੇ ਤੁਹਾਨੂੰ ਸਮਝ ਆਏਗੀ ਕਿ ਤੁਸੀਂ ਆਪਦਾ ਫਿਊਚਰ ਪਾਥਵੇ ਫਿਊਚਰ ਡਾਇਰੈਕਸ਼ਨ ਆਪਦੇ ਐਕਸ਼ਨਸ ਦੀ ਕੀ ਬਣਾਓ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਹਮਣੇ ਡਿਸਕਸ ਕਰਾਂਗਾ ਕਿ ਗਵਰਨਮੈਂਟ ਨੇ ਕੈਨੇਡੀਅਨ ਗਵਰਨਮੈਂਟ ਨੇ ਤੇ ਉੱਥੋਂ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਕੀ ਸਟੈਪਸ ਲਿੱਤੇ ਹੈ ਇਹਨੂੰ ਕਰਟੇਲ ਕਰਨ ਵਾਸਤੇ ਕੰਟੇਨ ਕਰਨ ਵਾਸਤੇ ਕੋਵਿਡ-19 ਦੀ ਜਿਹੜੀ ਪੈਂਡੇਮਿਕ ਫੈਲੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਕੀ ਕੀਤਾ ਕਿ ਜਿਹੜੇ ਇਹਨੂੰ ਰਿਸਟ੍ਰਿਕਟ ਕਰਤੀ ਮੋਬਿਲਿਟੀ nobody can travel to Canada but yes there are certain exemptions any student who has been granted visa before 18th of March is exempted to travel but there are no airlines there are no travel facilities students could not travel ਦੂਸਰਾ ਉਹਨਾਂ ਨੇ ਇਹ ਕੀਤਾ ਕਿ ਤੁਸੀਂ ਆਨਲਾਈਨ ਕਲਾਸਿਸ ਲਗਾ ਸਕਦੇ ਹੋ ਜੇ ਆਨਲਾਈਨ ਕਲਾਸਿਸ ਲਗਾਉਂਦੇ ਹੋ ਤੇ ਅਪ ਟੂ 50% ਆਫ ਯੂਰ ਕੋਰਸ ਤੁਸੀਂ ਕੰਪਲੀਟ ਕਰਦੇ ਹੋ ਆਨਲਾਈਨ ਵਾਈਲ ਲਿਵਿੰਗ ਇਨ ਇੰਡੀਆ ਐਂਡ ਯੂ ਨੀਡ ਟੂ ਗੋ ਇਨ ਪਰਸਨ ਐਂਡ ਸਟੱਡੀ ਐਟ ਕੈਂਪਸ till 31st December 2020 that will not affect your eligibility for postgraduate work permits or permanent residency subject to certain conditions. ਇੱਕ ਕੈਨੇਡੀਅਨ ਗਵਰਨਮੈਂਟ ਨੇ ਬਹੁਤ ਵੱਡਾ ਉਪਰਾਲਾ ਕੀਤਾ ਜਿਹੜਾ ਸਰਾਹਨੀ ਹੈ ਕਿ ਜਿੰਨੇ ਵੀ ਸਟੂਡੈਂਟਸ ਉੱਥੇ ਪੜ੍ਹ ਰਹੇ ਸੀਗੇ ਆਲਰੇਡੀ ਕੈਨੇਡਾ ਸੀ ਉਹਨਾਂ ਦੀ ਪਾਰਟ ਟਾਈਮ ਜੌਬ ਜੋ ਕੋਵਿਡ-19 ਕਰਕੇ ਲੇਆਫਸ ਹੋਈਆਂ ਤੇ ਉਹਨਾਂ ਨੂੰ ਇਹਨਾਂ ਨੇ $2,000 ਪਰ ਮੰਥ ਦੇਣ ਦਾ ਐਲਾਨ ਕੀਤਾ ਤੇ ਦਿੱਤੇ ਵੀ ਹੈ ਉਹਦੀ ਵੀ ਕੁਝ ਕੰਡੀਸ਼ਨਸ ਹੈ ਉਹ ਕੰਡੀਸ਼ਨਸ ਅੱਜ ਆਪਾਂ ਡਿਸਕਸ ਨਹੀਂ ਕਰ ਰਹੇ ਇਸ ਮੁੱਦੇ 'ਚ ਇੱਕ ਉਹਨਾਂ ਨੇ ਹੋਰ ਬੈਨੀਫਿਟ ਦਿੱਤਾ ਹੈ ਸਟੂਡੈਂਟਸ ਨੂੰ ਜਾਂ ਹੋਰ ਐਪਲੀਕੈਂਟਸ ਨੂੰ ਕਿ ਜੇ ਤੁਹਾਡੀ ਐਪਲੀਕੇਸ਼ਨ ਇਨਕੰਪਲੀਟ ਹੈ in case of the incomplete application they are not refusing the applications for example ਤੁਸੀਂ biometric ਨਹੀਂ ਦੇ ਪਾਏ ਕਿਉਂਕਿ biometric collection centers ਬੰਦ ਹੈ
ਕਿਤੇ ਵੀ ਤੁਸੀਂ ਨਹੀਂ ਦੇ ਸਕਦੇ, ਜਾਂ ਕੋਈ ਡਾਕੂਮੈਂਟ ਨਹੀਂ ਦਿੱਤਾ, ਜਾਂ ਕਿਤੇ ਰਿਜ਼ਲਟ ਨਹੀਂ ਆਇਆ, ਯੂਰ ਐਪਲੀਕੇਸ਼ਨ ਵਿਲ ਰਿਮੇਨ ਓਪਨ ਪ੍ਰੋਵਾਈਡਡ ਯੂ ਹੈਵ ਐਕਸਪਲੇਨਡ ਵਿਦ ਯੂਰ ਐਪਲੀਕੇਸ਼ਨ ਦੈਟ ਵਾਈ ਇਟ ਇਜ਼ ਇਨਕੰਪਲੀਟ। ਤੇ ਉਹ ਐਪਲੀਕੇਸ਼ਨ ਓਪਨ ਰਹੇਗੀ, ਰਿਫਿਊਜ਼ ਨਹੀਂ ਕੀਤੀ ਜਾਏਗੀ, ਤੁਹਾਨੂੰ ਟਾਈਮ ਦਿੱਤਾ ਜਾਏਗਾ, ਤੁਸੀਂ ਆਪਦੇ ਡਾਕੂਮੈਂਟਸ ਕੰਪਲੀਟ ਕਰੋ, ਤੇ ਉਸ ਤੋਂ ਬਾਅਦ ਡਿਸੀਜਨ ਦਿੱਤਾ ਜਾਏਗਾ, ਜੋ ਬਾਕੀ ਪੈਰਾਮੀਟਰਸ 'ਤੇ ਪੂਰੀ ਉਤਰਦੀ ਹੈ ਤੇ ਤੁਹਾਨੂੰ ਵੀਜ਼ਾ ਗ੍ਰਾਂਟ ਹੋ ਜਾਏਗਾ। ਹੁਣ ਆਪਾਂ ਗੱਲ ਕਰਦੇ ਹਾਂ ਦੋਸਤੋ ਕੈਨੇਡੀਅਨ ਯੂਨੀਵਰਸਿਟੀਜ਼ ਦੀ ਜਾਂ ਕਾਲਜਿਸ ਦੀ। ਕੈਨੇਡੀਅਨ ਯੂਨੀਵਰਸਿਟੀਜ਼ ਤੇ ਕਾਲਜਿਸ ਨੂੰ ਬਹੁਤ ਵੱਡੀ ਕੰਟਰੀਬਿਊਸ਼ਨ ਇੰਟਰਨੈਸ਼ਨਲ ਸਟੂਡੈਂਟਸ ਦੀ ਟਿਊਸ਼ਨ ਫੀਸ ਤੋਂ ਮਿਲਦੀ ਹੈ, ਤੇ ਹੁਣ ਉਹਨਾਂ ਕੋਲ ਇੰਟਰਨੈਸ਼ਨਲ ਸਟੂਡੈਂਟ ਪੂਰੇ ਸੰਸਾਰ ਤੋਂ ਹੀ ਬਹੁਤ ਜ਼ਿਆਦਾ ਘੱਟ ਗਏ, ਉਹਨਾਂ ਨੂੰ ਫੀਸ ਨਹੀਂ ਮਿਲੀ, ਪਲੱਸ ਕੁਛ ਉੱਥੋਂ ਲੋਕਲ ਗੌਰਮੈਂਟ ਦੀ, ਡੋਮੈਸਟਿਕ ਗੌਰਮੈਂਟ ਦੀ, ਫੈਡਰਲ ਗੌਰਮੈਂਟ ਦੀ ਰਿਸਟ੍ਰਿਕਸ਼ਨ ਹੈ, ਜਿਹਦੇ ਕਰਕੇ ਉਹਨਾਂ ਨੇ ਉਹ ਆਪਦੀ ਔਨ ਕੈਂਪਸ ਸਟੱਡੀਜ਼ ਨੂੰ ਸਸਪੈਂਡ ਕਰ ਦਿੱਤਾ ਤੇ ਨਵੇਂ ਪ੍ਰੋਸੈਸਿਸ ਇੰਟਰੋਡਿਊਸ ਕਰ ਦਿੱਤੇ ਆਫ ਆਨਲਾਈਨ ਸਟੱਡੀਜ਼ ਔਰ ਰਿਮੋਟ ਸਿਸਟਮ ਨਾਲ ਆਪਦੀ ਐਜੂਕੇਸ਼ਨ ਨੂੰ ਪਾਰਟ ਕਰਨਾ ਸ਼ੁਰੂ ਕਰ ਦਿੱਤਾ। ਤੇ ਤੀਸਰਾ ਉਹਨਾਂ ਨੇ ਕੀ ਕੀਤਾ ਹੈ ਕਿ ਐਡਮਿਸ਼ਨਸ ਪ੍ਰੋਸੈਸ ਕਰਨੇ ਸ਼ੁਰੂ ਕਰ ਦਿੱਤੀ ਹੈ, ਐਂਡ ਫॉर योर इंग्लिश लैंग्वेज एबिलिटी few of the colleges have taken alternative methods also, like Duolingo instead of IELTS, because IELTS centers are shuttered down, they are not operating। IELTS ਦੀ ਸਾਨੂੰ ਡੇਟਸ ਨਹੀਂ ਮਿਲਦੀਆਂ, ਬ੍ਰਿਟਿਸ਼ ਕਾਉਂਸਲ IDP ਨੇ ਸਸਪੈਂਡ ਕਰ ਦਿੱਤਾ ਟੈਂਪਰੇਰੀਲੀ, ਤੇ ਉਹਨਾਂ ਨੇ ਹੋਰ ਕੁਝ ਮੈਥਡਸ ਕਰ ਲਏ। But I will discuss it later about Duolingo and IELTS versus this, and what is the effect on the visa, that we will discuss later। ਹੁਣ ਆਪਾਂ the most affected part ਜਿਹੜਾ ਹੈ that is students। ਹੁਣ ਆਪਾਂ ਜੇ ਸਟੂਡੈਂਟਸ ਦੀ ਗੱਲ ਕਰਦੇ ਹਾਂ ਤੇ ਸਟੂਡੈਂਟਸ ਸਾਡੇ ਕੋਲੇ ਉਹ ਸਟੂਡੈਂਟਸ ਹੈ ਜਿਨ੍ਹਾਂ ਨੇ ਆਲਰੇਡੀ ਮਈ ਇਨਟੇਕ 'ਚ ਅਪਲਾਈ ਕੀਤਾ ਸੀ, ਉਹਨਾਂ ਦਾ ਵੀਜ਼ਾ ਲੱਗ ਗਿਆ ਪਰ ਉਹ ਇੰਡੀਆ 'ਚ ਬੈਠੇ ਹੈ। ਉਹਨਾਂ ਵਾਸਤੇ ਆਪਸ਼ਨ ਸੀਗੀ, ਹੈ ਵੀ, ਕਿ ਉਹ ਆਪਦਾ ਆਈਦਰ ਦੇ ਕੈਨ ਡੈਫਰ ਦੇਅਰ ਪ੍ਰੋਗਰਾਮ ਫॉर ਸੈਪਟੈਂਬਰ ਔਰ ਜਨਵਰੀ ਇਨਟੇਕ ਸਬਜੈਕਟ ਟੂ ਦ ਅਵੇਲੇਬਿਲਿਟੀ ਆਫ ਦ ਸੀਟਸ। दूसरा वो ऑनलाइन क्लासेस ले सकते हैं, तीसरा वो रिफंड ले सकते हैं। few of students have started online classes also, and very few number of people have asked for the refund too। ਹੁਣ ਕੀ ਗੱਲ ਕਰਦੇ हैं कि ਜਿਹੜੇ स्टूडेंट्स एलिजिबल है, जिन्होंने कोले IELTS भी है, जिन्होंने दी 10+2 हो चुकी है पिछले साल, तो ग्रेजुएशन कर चुके हैं या वट एवर, वो एलिजिबल है कि उन्होंने कोले सारे डॉक्यूमेंट्स कंप्लीट है, उन्होंने वास्ते एडमिशन्स ओपन है for September, for January intake। Yes, they can apply if they want to, subject to the availability of the seats, subject to that they fulfill the conditions of the college, that is the requirement of IELTS, and yes, they can apply, they can get admitted। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਬੱਚਿਆਂ ਦੀ ਐਡਮਿਸ਼ਨ ਹੋ ਚੁੱਕੀ ਹੈ, ਫੀਸਾਂ ਭਰ ਦਿੱਤੀਆਂ, ਸਾਰਾ ਬਾਕੀ ਤਾਮਝਾਮ ਇਕੱਠਾ ਕਰ ਲਿਆ, GIC ਪੇਡ ਹੈ, ਉਹ ਸਟੂਡੈਂਟ ਆਪਦਾ ਵੀਜ਼ਾ ਅਪਲਾਈ ਕਰ ਸਕਦੇ ਹੈ। Although immigration department is operating with very less number of staff, तो ਉਹਦੀ delayed processing ਆ ਰਹੀ ਹੈ, biometric collection ਨਹੀਂ ਹੋ ਰਹੀ, ਜਿਹਦੇ ਕਰਕੇ ultimately visa ਤਾਂ ਹੁਣੇ ਨਹੀਂ ਮਿਲੇਗਾ, but yes, you will be in a queue and eventually it will be granted। ਹੁਣ ਆਪਾਂ ਉਹ ਸਟੂਡੈਂਟਸ ਦੀ ਗੱਲ ਕਰਦੇ ਹਾਂ ਜਿਹੜੇ ਸਟੂਡੈਂਟਸ ਦੇ ਹਲੇ ਐਗਜ਼ਾਮਸ 10+2 ਦੇ ਪੈਂਡਿੰਗ ਹੈ, ਜਾਂ ਉਹ ਗ੍ਰੈਜੂਏਸ਼ਨ ਕਰ ਰਹੇ ਉਹਦੇ ਐਗਜ਼ਾਮਸ ਪੈਂਡਿੰਗ ਹੈ। ਉਹਨਾਂ ਵਾਸਤੇ ਮੇਰੀ ਸੁਜੈਸ਼ਨ ਇਹ ਹੈ ਕਿ ਉਹ ਕੋਈ ਵੀ ਐਕਸ਼ਨ ਫਿਲਹਾਲ ਨਾ ਲੈਣ, ਆਪਦੀ ਪੜ੍ਹਾਈ 'ਤੇ ਫੋਕਸ ਕਰਨ ਤੇ ਆਪਦੇ ਜ਼ਿਆਦਾ ਤੋਂ ਜ਼ਿਆਦਾ ਨੰਬਰ ਲੈ ਕੇ ਪਾਸ ਹੋਣ, ਤਾਂ ਕਿ ਉਹਨਾਂ ਨੂੰ ਚੰਗਾ ਕਾਲਜ ਮਿਲ ਸਕੇ, ਚੋਇਸ ਦਾ ਕੋਰਸ ਮਿਲ ਸਕੇ, ਤੇ ਆਪਦੀ IELTS ਦੀ ਵੀ ਤਿਆਰੀ ਕਰਨ ਜੇ ਉਹਨਾਂ ਨੇ IELTS ਨਹੀਂ ਕੀਤਾ ਹੋਇਆ। ਦੋਸਤੋ ਪਿਛਲੇ ਕੁਝ ਦਿਨਾਂ ਤੋਂ ਅਸੀਂ ਗੱਲ ਕਰ ਰਹੇ ਸੀ IELTS versus Duolingo, Duolingo versus IELTS versus PTE versus TOEFL and many more options। Although as I told you, colleges are commercial establishments and they are interested to evaluate students for the future admissions। ਤੇ IELTS ਨਾ ਹੋਣ ਕਰਕੇ, ਟੈਸਟ ਨਾ ਹੋਣ ਕਰਕੇ ਉਹ ਕੁਝ ਕਾਲਜਿਸ ਨੇ Duolingo ਟੈਸਟ ਨੂੰ ਐਕਸੈਪਟ ਕਰਨਾ ਸ਼ੁਰੂ ਕਰ ਦਿੱਤਾ। ਜੇ ਮੈਂ ਆંકੜੇ ਦੇ ਹਿਸਾਬ ਨਾਲ ਗੱਲ ਕਰਾਂ ਤੇ ਕੈਨੇਡਾ ਦੀ ਜੇ ਗੱਲ ਕਰਦੇ ਹਾਂ, ਕੈਨੇਡਾ ਦੇ ਵਿੱਚ 400 ਤੋਂ ਜ਼ਿਆਦਾ ਕਾਲਜਿਸ ਤੇ ਯੂਨੀਵਰਸਿਟੀਜ਼ ਹੈ ਜਿਹੜੀ IELTS ਨੂੰ ਐਕਸੈਪਟ ਕਰਦੀਆਂ, ਤੇ 190 ਕਾਲਜਿਸ ਜਾਂ ਯੂਨੀਵਰਸਿਟੀਜ਼ ਹੈ ਜਿਹੜੀ Duolingo ਨੂੰ ਐਕਸੈਪਟ ਕਰਦੀਆਂ। ਜੇ ਤੁਸੀਂ Duolingo ਦਾ ਐਗਜ਼ਾਮ ਦਿੰਦੇ ਹੋ ਤੇ ਤੁਹਾਡੇ ਕੋਲ ਆਪਸ਼ਨ ਜਿਹੜੀ ਹੈ, ਚੋਇਸ ਜਿਹੜੀ ਹੈ ਉਹ ਘਟ ਜਾਏਗੀ। ਯੂ ਕੈਨ ਓਨਲੀ ਅਪਲਾਈ ਇਨ ਓਨਲੀ ਦੋਜ਼ 190 ਕਾਲਜਿਸ and you have to choose the courses offered by them, one course out of them। but Duolingo ਦੀ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ Duolingo ਦੇ ਨਾਲ ਤੁਹਾਨੂੰ SDS ਸਟੂਡੈਂਟਸ ਡਾਇਰੈਕਟ ਸਟਰੀਮ, ਜਿਹੜਾ ਕਿ ਇੰਡੀਅਨ ਸਟੂਡੈਂਟਸ ਵਾਸਤੇ ਕੈਨੇਡੀਅਨ ਗਵਰਨਮੈਂਟ ਦਾ ਇੱਕ ਸਪੈਸ਼ਲ ਪਾਇਲਟ ਪ੍ਰੋਜੈਕਟ ਚੱਲ ਰਿਹਾ, ਉਸ ਕੈਟਾਗਰੀ ਦੇ ਵਿੱਚ ਵੀਜ਼ਾ ਅਪਲਾਈ ਕਰਨ ਦੀ ਪਰਮਿਸ਼ਨ ਨਹੀਂ ਹੈ। ਜੇ ਅਸੀਂ Duolingo ਦਿੰਦੇ ਹਾਂ ਤੇ ਵੀ ਕੈਨ ਓਨਲੀ ਅਪਲਾਈ ਅਕੋਰਡਿੰਗ ਟੂ ਦ ਗਾਈਡੈਂਸ ਸ਼ੀਟ ਆਫ ਜਨਰਲ ਸਟੂਡੈਂਟ ਦੀ ਜੈਨਰਿਕ ਚੈੱਕਲਿਸਟ 'ਤੇ ਅਸੀਂ ਜਾ ਸਕਦੇ ਹਾਂ। ਜੈਨਰਿਕ ਚੈੱਕਲਿਸਟ ਦੇ ਵਿੱਚ ਡਾਕੂਮੈਂਟੇਸ਼ਨ ਦੀ ਰਿਕੁਆਇਰਮੈਂਟ ਜ਼ਿਆਦਾ ਹੈ, ਉਹਦੇ ਵੀਜ਼ਾ ਪ੍ਰੋਸੈਸਿੰਗ ਦਾ ਫਰਕ ਹੈ, ਉਹਦੇ 'ਚ ਡਿਲੇਡ ਪ੍ਰੋਸੈਸਿੰਗ ਹੈ। ਐਂਡ ਅਪਾਰਟ ਫਰੋਮ ਦਿਸ ਮੇਰਾ ਆਪਦਾ ਪਰਸਨਲ ਐਕਸਪੀਰੀਅੰਸ ਇਹ ਹੈ ਕਿ ਜੇ ਤੁਸੀਂ ਨੌਨ SDS ਕੈਟਾਗਰੀ 'ਚ ਵੀਜ਼ਾ ਅਪਲਾਈ ਕਰਦੇ ਹੋ ਐਂਡ ਯੂ ਆਰ ਨੋਟ ਅ ਸਟੂਡੈਂਟ ਆਫ ਵੈਰੀ ਗੁੱਡ ਯੂਨੀਵਰਸਿਟੀ, ਤੇ ਚਾਂਸਿਸ ਆਫ ਵੀਜ਼ਾ ਥੋੜ੍ਹੇ ਘੱਟ ਜਾਂਦੇ ਆ।
that is your choice. Either you can go for Duolingo or you can go for IELTS, वो ਤੁਹਾਡੀ choice है। but मैं strong recommendation ਇਹ ਦੇਣਾ कि ਤੁਸੀਂ please wait करो, IELTS centers खोलन ਦਿਓ, IELTS ਦੀ classes ਲੱਗਣ ਦਿਓ, IELTS ਦੀ test ਦੀ dates ਆਉਣ ਦਿਓ, IELTS ਦੇ ਕੇ 6.5 7 or more or not less than 6 ਹੀ ਨੀਚ ਲਓ ਤੇ SDS ਦੇ ਵਿੱਚ ਆਪਦੀ ਐਪਲੀਕੇਸ਼ਨ ਲਗਾਓ ਤਾਂ ਕਿ ਤੁਹਾਨੂੰ ਚੋਇਸ ਦਾ ਕਾਲਜ ਮਿਲੇ, ਤਾਂ ਕਿ ਲੇਟਰ ਔਨ ਵੀ ਤੁਹਾਨੂੰ PR ਦੇ ਵਿੱਚ ਜੌਬਸ ਦੇ ਵਿੱਚ ਕੋਈ ਪ੍ਰੋਬਲਮ ਨਾ ਆਏ। ਦੋਸਤੋ ਇੱਕ ਹੋਰ ਪੁਆਇੰਟ ਹੈ ਮੁੱਦਾ ਡਿਸਕਸ ਕਰਨ ਵਾਲਾ ਕਿ ਆਨਲਾਈਨ ਵਰਸਸ ਇਨ ਪਰਸਨ ਕਲਾਸਿਸ, ਵਾਟ ਇਜ਼ ਦ ਡਿਫਰੈਂਸ। ऑनलाइन क्लासेस आर गुड इनफ, ऑनलाइन क्लासेस ਅਸੀਂ ਹਮੇਸ਼ਾ ਹੀ ਲਗਾ ਸਕਦੇ ਹਾਂ। ਅੱਜ ਵੀ ਹਾਰਵਰਡ ਯੂਨੀਵਰਸਿਟੀ ਆਫਰਸ ਲੋਟ ਆਫ ਕੋਰसेस, ਹਾਰਵਰਡ ਯੂਨੀਵਰਸਿਟੀ 'ਚ ਐਡਮਿਸ਼ਨ ਲੈਣੀ ਔਖੀ ਹੈ ਪਰ ਆਨਲਾਈਨ ਕੋਰसेस ਆਰ ਫ੍ਰੀ, 64 ਕੋਰसेस ਆਰ ਫ੍ਰੀ। ਪਰ ਸਾਡੇ ਪੰਜਾਬ ਦੇ ਸਟੂਡੈਂਟ ਜਿਹੜੇ ਉਹਨਾਂ ਦੀ ਬੈਕਗ੍ਰਾਉਂਡ ਹੈ ਉਹ ਆਈਦਰ ਲੋਅਰ ਮਿਡਲ ਕਲਾਸ ਔਰ ਮਿਡਲ ਕਲਾਸ ਫੈਮਿਲੀਜ਼ ਤੋਂ ਆਉਂਦੇ ਹੈ, ਪੇਰੈਂਟਸ ਕੋਲੇ ਫਾਈਨੈਂਸ਼ੀਅਲ ਕੰਸਟ੍ਰੇਨਸ ਹੈ, ਉਹਨਾਂ ਦੇ ਕਈ ਕੈਲਕੂਲੇਸ਼ਨਸ ਹੈ ਜਿਹਦੇ ਬੇਸਿਸ ਤੇ ਉਹ ਆਪਦਾ ਅਪਲਾਈ ਕਰਦੇ ਹੈ। ਜ਼ਿਆਦਾਤਰ ਸਟੂਡੈਂਟਸ ਕੀ ਕਰਦੇ ਕਿ ਇੱਥੋਂ 1 ਸਾਲ ਦੇ ਪੈਸੇ ਭਰਤੇ, GIC ਭਰਤਾ, ਕੈਨੇਡਾ ਚਲੇ ਗਏ, ਉੱਥੇ ਜਾ ਕੇ ਆਪਦਾ ਪਾਰਟ ਟਾਈਮ ਕੰਮ ਕੀਤਾ, ਕੁਝ ਪੈਸੇ ਕਮਾਏ, ਆਪਦੀ ਨੈਕਸਟ ਸਮੈਸਟਰ ਦੀ ਫੀਸ ਭਰ ਦਿੱਤੀ। ਬਟ ਜੇ ਮੈਂ ਆਨਲਾਈਨ ਕਲਾਸਿਸ ਲੈਣਾ ਮੇਰੀ ਫੀਸ ਜਾਏਗੀ, ਪੂਰੀ ਫੀਸ ਜਾਏਗੀ, ਬਟ ਮੈਂ ਕੈਨੇਡਾ 'ਚ ਨਹੀਂ ਹਾਂ, ਮੈਂ ਕੰਮ ਨਹੀਂ ਕਰ ਰਿਹਾ, ਮੈਂ ਅਰਨਿੰਗ ਨਹੀਂ ਕਰ ਰਿਹਾ, ਮੈਂ ਆਪਦੀ ਨੈਕਸਟ ਸਮੈਸਟਰ ਦੀ ਫੀਸ ਜਾਂ ਲਿਵਿੰਗ ਐਕਸਪੈਂਸਿਸ ਕਵਰ ਨਹੀਂ ਕਰ ਪਾ ਰਿਹਾ ਤੇ ਮੈਨੂੰ ਅਗਲੇ ਸਮੈਸਟਰ ਦੀ ਫੀਸ ਜਾਂ ਅਗਲੇ ਈਅਰ ਦੀ ਫੀਸ ਆਪਦੇ ਪੇਰੈਂਟਸ ਤੋਂ ਲੈ ਕੇ ਆਪਦੇ ਹੋਰ ਰਿਸੋਰਸਿਸ ਨੂੰ ਮੋਟੀਵੇਟ ਕਰਕੇ ਉਹਨੂੰ ਲਿਕੁਇਡੇਟ ਕਰਕੇ ਐਡਜਸਟ ਕਰਨੀ ਪਏਗੀ, ਜਿਹੜਾ ਕਿ ਇੱਕ ਬਹੁਤ ਵੱਡਾ ਕੰਸਟ੍ਰੇਨ ਹੈ। ਤੇ ਉਸ ਤੋਂ ਇਲਾਵਾ ਇੱਕ ਛੋਟੇ ਮੋਟੇ ਕੰਸਟ੍ਰੇਨਸ ਹੋਰ ਵੀ ਹੈ ਕਿ ਪੀਪਲ ਆਰ ਫਰੋਮ ਰੂਰਲ ਬੈਕਗਰਾਊਂਡ, ਦੇ ਡੋਂਟ ਹੈਵ ਇੰਟਰਨੈਟ ਕਨੈਕਸ਼ਨਸ, ਡਿਵਾਈਸਿਸ ਵਿਦ ਲਾਇਸੈਂਸਡ ਸੌਫਟਵੇਅਰ, conducive environment to study, maybe who will solve their queries if they study online. In person colleges ਨੇ ਸਟੱਡੀ ਬੰਦ ਕੀਤੀ ਤੇ ਮੈਨੂੰ ਉਮੀਦ ਹੈ ਕਿ ਸ਼ਾਇਦ ਸੈਪਟੈਂਬਰ ਵੀ ਇਨ ਪਰਸਨ ਕਲਾਸਿਸ ਨਹੀਂ ਹੋਣਗੀਆਂ। ਇਨ ਪਰਸਨ ਕਲਾਸਿਸ ਜਨਵਰੀ 2021 ਤੋਂ ਤੁਸੀਂ ਐਕਸਪੈਕਟ ਕਰ ਸਕਦੇ ਹੋ। ਅੱਜ ਬਹੁਤ ਸਾਰੇ ਕਾਲਜਸ ਨੇ ਤਾਂ ਡਿਕਲੇਅਰ ਕਰਤਾ ਕਿ that they are going for only online classes, ਕਾਫੀ ਯੂਨੀਵਰਸਿਟੀਜ਼ ਨੇ ਡਿਕਲੇਅਰ ਕਰਤਾ ਹੈ। Still some colleges are still in the process of deciding कि whether they should start online classes or they should go for in person classes, ਉਹ ਹਲੇ ਡਿਸਾਈਡ ਨਹੀਂ ਹੋਇਆ ਬਟ ਮੈਨੂੰ ਉਮੀਦ ਹੈ ਕਿ ਆਨਲਾਈਨ ਕਲਾਸਿਸ ਹੀ ਹੋਣਗੀਆਂ। ਹੁਣ ਦੋਸਤੋ ਇੱਕ ਸਵਾਲ ਬਹੁਤ ਵੱਡਾ ਆਉਂਦਾ ਹੈ ਕਿ ਅਸੀਂ ਆਨਲਾਈਨ ਕਲਾਸਿਸ ਤਾਂ ਲੈ ਰਹੇ ਹਾਂ, ਲੋਕ ਕਹਿ ਰਹੇ ਆਈਲੈਟਸ ਆਨਲਾਈਨ ਕਰਾ ਰਹੇ ਹਾਂ, ਅਸੀਂ ਇਹ ਕਰ ਰਹੇ ਹਾਂ। ਆਨਲਾਈਨ ਆਈਲੈਟਸ ਹਮੇਸ਼ਾ ਅਵੇਲੇਬਲ ਸੀਗਾ, ਅੱਜ ਤੋਂ 10 ਸਾਲ ਪਹਿਲਾਂ ਵੀ ਸੀਗਾ। ਜੋ ਇਨ ਪਰਸਨ ਕਲਾਸ ਵਿੱਚ ਬੱਚਾ ਆਪਦਾ ਕੁਐਸਚਨਸ ਪੁੱਛ ਸਕਦਾ ਹੈ, ਆਪਦੀ ਕੁਐਰੀਜ਼ ਸੋਲਵ ਕਰ ਸਕਦਾ ਹੈ, ਉਹ ਆਨਲਾਈਨ ਕਲਾਸਿਸ 'ਚ ਫੈਸਿਲਿਟੀ ਅਵੇਲੇਬਲ ਨਹੀਂ ਹੈ, ਉਹ ਆਨਲਾਈਨ ਕਲਾਸਿਸ 'ਚ ਆਪਾਂ ਨੂੰ ਨਹੀਂ ਮਿਲ ਸਕਦੀ। ਜਿਹੜਾ ਤੁਹਾਡਾ ਵੀਜ਼ਾ ਪ੍ਰੋਸੈਸਿੰਗ ਦਾ ਪਾਰਟ ਹੈ ਉਹ ਤੁਸੀਂ ਪੈਂਡਿੰਗ ਵੀ ਛੱਡ ਸਕਦੇ ਹੋ। ਇੱਕ ਓਪਰਚੁਨਿਟੀ ਇਹ ਹੈ ਕਿ ਜੇ ਤੁਹਾਡੀ ਕਿਸੇ ਕਾਲਜ ਵਿੱਚ ਐਡਮਿਸ਼ਨ ਹੋ ਜਾਂਦੀ ਹੈ, ਤੁਸੀਂ ਕਾਲਜ ਦੀ ਫੀਸ ਭਰਦੇ ਹੋ, ਈਵਨ ਵਿਦਾਊਟ ਵੀਜ਼ਾ ਯੂ ਕੈਨ ਸਟਾਰਟ ਆਨਲਾਈਨ ਕਲਾਸਿਸ, ਯੂ ਕੈਨ ਸਟੱਡੀ ਆਨਲਾਈਨ। that online classes will contribute to only academic credits। मतलब कि मान लो मैं कोर्स करना, मैं कॉलेज ज्वाइन कर लिया, कॉलेज ਨੂੰ फीस पे करती, मैं इंडिया 'ਚ बैठा ना, मेरे को वीज़ा ना कुछ है, बट कॉलेज ਦੀ एनरोलमेंट लेटर ਤੇ फीस पेड है, आई कैन ज्वाइन ऑनलाइन क्लासेस। बट वो मेरा क्रेडिट एकेडैमिक मिलेगा कि जे मैं 1 ਸਮੈਸਟਰ ਇੱਥੇ ਕਰ ਲਿਆ ਤਾਂ ਮੈਨੂੰ ਕੈਨੇਡਾ ਜਾ ਕੇ 3 ਸਮੈਸਟਰ ਕਰਨੇ ਪੈਣਗੇ। बट फ्रॉम द इमिग्रेशन पॉइंट ऑफ व्यू, if I do online classes, I go for online classes, then that online classes will only contribute to my postgraduate work permit or permanent residency only after visa। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਬੱਚਿਆਂ ਕੋਲੇ ਵੀਜ਼ਾ ਹੈ ਉਹ ਆਨਲਾਈਨ ਕਲਾਸਿਸ ਜੇ ਲਗਾਉਂਦੇ ਹੈ ਉਹਨਾਂ ਦੀ ਐਲੀਜੀਬਿਲਟੀ ਫॉर ਪੋਸਟ ਗ੍ਰੈਜੂਏਟ ਵਰਕ ਪਰਮਿਟ ਔਰ PR ਇਫੈਕਟ ਨਹੀਂ ਹੁੰਦੀ। ਜਿਹੜੇ ਬੱਚੇ ਆਨਲਾਈਨ ਕਲਾਸਿਸ ਲਗਾਉਂਦੇ ਹੈ ਵਿਦਾਊਟ ਵੀਜ਼ਾ ਤੇ ਆਪਦਾ ਸਮੈਸਟਰ ਕਲੀਅਰ ਕਰ ਲੈਂਦੇ ਉਹਨਾਂ ਸਮੈਸਟਰ ਦਾ ਕ੍ਰੈਡਿਟ ਤਾਂ ਮਿਲ ਜਾਏਗਾ, ਪਰ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਨਾਲ ਉਹਨਾਂ ਦੀ ਕੋਈ ਬੈਨੀਫਿਟ ਨਹੀਂ ਮਿਲ ਪਾਏਗਾ, ਉਹ ਬੈਨੀਫਿਟ ਲੂਜ਼ ਕਰ ਜਾਣਗੇ। ਇਹ ਹੁਣ ਤੁਹਾਡੀ ਚੋਇਸ ਹੈ ਕਿਸ ਤਰ੍ਹਾਂ ਤੁਸੀਂ ਕਰਨਾ ਚਾਹੁੰਦੇ। ਜੇ ਤੁਹਾਡੇ ਕੋਰਸ ਦੀ ਡਿਊਰੇਸ਼ਨ ਲੰਬੀ ਹੈ, ਤੁਸੀਂ ਡਿਊਰੇਸ਼ਨ ਲੰਬੀ ਮੰਨ ਲਓ, ਫॉर एग्जांपल ਕੋਆਪ ਪ੍ਰੋਗਰਾਮ ਲਿੱਤਾ ਹੈ ਜਾਂ ਡਿਗਰੀ ਪ੍ਰੋਗਰਾਮ ਲਿੱਤਾ ਫॉर 3 years or 4 years, if you have gone for online classes for a semester or 2, that will not again affect। that is all you have to understand। ਦੋਸਤੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਤੁਹਾਡੇ ਕੁਐਸਚਨ ਨੂੰ ਸੋਲਵ ਕਰਨਗੀਆਂ ਤੇ whatever information I have shared with you today is purely authentic, based on the genuine facts, and it is only knowledge sharing, it is nothing doing with commercial। ਮੈਂ ਸਿਰਫ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਸੀ, ਜਿਹੜੇ ਮਨ ਸਵਾਲ ਤੁਹਾਡੇ ਆ ਰਹੇ ਹੈ ਉਹਨਾਂ ਦਾ ਆਨਸਰ ਕਰਨਾ ਚਾਹੁੰਦਾ ਸੀਗਾ, ਕਿਉਂਕਿ ਬੱਚਿਆਂ ਦੇ ਕੁਐਸਚਨ ਸਾਨੂੰ ਵੀ ਆ ਰਹੇ ਸੀਗੇ ਤੇ ਉਹਨਾਂ ਨੂੰ ਕਿਤੋਂ ਵੀ ਇਹ ਇਨਫੋਰਮੇਸ਼ਨ ਨਹੀਂ ਮਿਲ ਪਾ ਰਹੀ ਸੀ। ਤੇ ਮੇਰੀ ਇੱਕ ਸੁਜੈਸ਼ਨ ਹੈ, ਐਡਵਾਈਸ ਹੈ, ਰਿਕਮੈਂਡੇਸ਼ਨ ਹੈ ਕਿ ਕਦੇ ਵੀ ਕਿਸੇ ਵੀ
unauthorized commercial posts ਤੇ ਨਾ ਜਾਓ. Always go for authentic information on the official websites of the specific governments. Facebook, Twitter, Instagram ਉਹੀ ਫੋਲੋ ਕਰੋ, YouTube ਉਹੀ ਚੈਨਲਸ ਦੇਖੋ ਜਿੱਥੇ ਤੁਹਾਨੂੰ ਜੈਨੂਅਨ ਇਨਫੋਰਮੇਸ਼ਨ ਮਿਲੇ, ਜਾਂ ਗੌਰਮੈਂਟ ਦੇ ਵੈਬਸਾਈਟਸ ਹੈ ਉੱਥੇ ਚੈੱਕ ਕਰੋ. ਵੀਜ਼ਾ ਦੀ ਫੋਟੋਗ੍ਰਾਫਸ, ਵੀਡੀਓਜ਼, हैवी क्लेम्स, अनरियलिस्टिक पिक्चर्स कि हो जाएगा, करा देंगे, प्लीज़ अवॉइड दैट. गो फॉर जेन्युइन इन्फॉर्मेशन. तो मैं उम्मीद करदा कि मेरी इन्फॉर्मेशन ਤੁਹਾਨੂੰ ठीक लगी होएगी, ਤੁਹਾਡੇ क्वेश्चन ਦਾ आंसर ਤੁਹਾਨੂੰ ਮਿਲਿਆ ਹੋਏਗਾ. स्टिल ਤੁਹਾਡੇ को क्वेश्चंस रह जाते हैं, मन ਦੇ ਵਿੱਚ डाउट आते, you can always write me, you can always contact me, I am available, you can WhatsApp me on the given numbers, you can call me. Thank you very much for watching this video.